ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ਾ ਵਾਲਿਆਂ ਲਈ ਜਾਣਕਾਰੀ, ਹੁਣ ਛੇਤੀ ਲੱਗਣਗੇ ਸਪਾਊਸ ਵੀਜ਼ਾ। ਘਰ 'ਚ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ 5 ਦੀ ਮੌਤ। ਕੈਨੇਡਾ ਨੇ ਰਚਿਆ ਇਤਿਹਾਸ, ਜਗਮੀਤ ਸਿੰਘ ਨੂੰ ਚੜਿਆ ਚਾਅ। ਰੂਸ ਦਾ ਯੂਕਰੇਨ ਤੇ ਹਮਲਾ, 5000 ਦੇ ਕਰੀਬ ਲੋਕਾਂ ਦੀ ਮੌਤ। ਟਰੂਡੋ ਦੇ ਦੌਰੇ ਬਾਰੇ ਜਾਣਕਾਰੀ, ਜਾਣੋ ਕਿੱਥੇ ਜਾ ਰਹੇ ਹਨ ਟਰੂਡੋ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਸਪਾਊਸ ਵੀਜ਼ਾ ਵਾਲੇ ਹੁਣ ਕੈਨੇਡਾ ਵਿੱਚ ਕਿੰਨੇ ਸਮੇਂ ਅੰਦਰ ਜਾ ਸਕਣਗੇ। ਜੀ ਹਾਂ, ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੈਂਡੈਮਿਕ ਤੋਂ ਪਹਿਲਾਂ ਜਿੰਨਾ ਸਮਾਂ ਲੱਗਦਾ ਸੀ, ਹੁਣ ਫਾਈਲਾਂ ਦੀ ਪ੍ਰੋਸੈਸਿੰਗ ਵਿੱਚ ਉਨਾ ਹੀ ਸਮਾਂ ਲੱਗੇਗਾ। ਇਹ ਜਾਣਕਾਰੀ ਉਹਨਾਂ ਵੱਲੋਂ ਨਵੀਆਂ ਐਪਲੀਕੇਸ਼ਨਸ ਦੇ ਬਾਰੇ ਦਿੱਤੀ ਗਈ ਹੈ। ਭਾਵ ਹੈ ਕਿ ਜੋ ਪ੍ਰੋਸੈਸਿੰਗ ਦੇ ਵਾਸਤੇ 12 ਮਹੀਨੇ ਦਾ ਪਹਿਲਾਂ ਸਮਾਂ ਲੱਗਦਾ ਸੀ, ਹੁਣ ਉਨਾ ਹੀ ਸਮਾਂ ਲੱਗਿਆ ਕਰੇਗਾ। ਇਸ ਤੋਂ ਇਲਾਵਾ ਜੋ ਅਰਜ਼ੀ ਦਾ ਸਟੇਟਸ ਹੈ ਉਹ ਵੀ ਤੁਸੀਂ ਘਰ ਬਹਿ ਕੇ ਚੈੱਕ ਕਰ ਸਕੋਗੇ। ਸਪਾਊਸ ਵੀਜ਼ਾ ਵਾਲਿਆਂ ਨੂੰ ਕੈਨੇਡਾ ਵਿੱਚ ਆਉਣ ਲਈ ਕਿੰਨਾ ਸਮਾਂ ਲੱਗੇਗਾ, ਇਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, IRCC ਦਾ ਕਹਿਣਾ ਹੈ ਕਿ ਜਿਹੜੇ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਹਨ, ਉਹਨਾਂ ਨੂੰ 12 ਮਹੀਨਿਆਂ ਦੀ ਪ੍ਰੋਸੈਸਿੰਗ ਦਾ ਸਮਾਂ ਲੱਗੇਗਾ। ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਪੈਂਡੈਮਿਕ ਤੋਂ ਬਾਅਦ ਹੁਣ ਸਪਾਊਸਲ ਸਪਾਂਸਰਸ਼ਿਪ ਵਾਸਤੇ 12 ਮਹੀਨਿਆਂ ਦੀ ਪ੍ਰੋਸੈਸਿੰਗ ਮੁੜ ਤੋਂ ਆ ਗਈ ਹੈ। ਇਹ ਜਾਣਕਾਰੀ ਉਹਨਾਂ ਵੱਲੋਂ ਨਵੇਂ ਐਪਲੀਕੈਂਟਸ ਲਈ ਸਾਂਝੀ ਕੀਤੀ ਗਈ ਹੈ। ਸਰਕਾਰੀ ਰਿਲੀਜ਼ ਦੇ ਵਿੱਚ ਦੱਸਿਆ ਗਿਆ ਹੈ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਪਣੇ ਸਿਸਟਮ ਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ IRCC ਵੱਲੋਂ ਇੱਕ ਪੋਰਟਲ ਲਾਂਚ ਕੀਤਾ ਗਿਆ ਸੀ, ਜਿਸ ਰਾਹੀਂ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਐਪਲੀਕੈਂਟਸ ਆਪਣੀ ਐਪਲੀਕੇਸ਼ਨ ਨੂੰ ਟਰੈਕ ਕਰ ਸਕਦੇ ਨੇ। ਭਾਵ ਕਿ ਘਰ ਬਹਿ ਕੇ ਹੀ ਉਹ ਆਪਣੀ ਅਰਜ਼ੀ ਦਾ ਸਟੇਟਸ ਚੈੱਕ ਕਰ ਸਕਣਗੇ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਨਲੈਂਡ ਅਤੇ ਆਊਟਲੈਂਡ ਐਪਲੀਕੈਂਟਸ ਦੋਨਾਂ ਨੂੰ ਹੀ ਪ੍ਰੋਸੈਸਿੰਗ ਵਿੱਚ 12 ਮਹੀਨੇ ਦਾ ਸਮਾਂ ਲੱਗੇਗਾ। ਇਸ ਵਿੱਚ ਬਾਇਓਮੈਟ੍ਰਿਕਸ ਅਤੇ ਹੋਰ ਵੀ ਕਈ ਚੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸਪਾਊਸਲ ਸਪਾਂਸਰਸ਼ਿਪ ਵਾਸਤੇ ਐਲੀਜੀਬਿਲਟੀ ਕੀ ਹੈ। ਉਹੀ ਕੈਨੇਡੀਅਨਸ ਸਪਾਂਸਰ ਬਣ ਸਕਦੇ ਨੇ ਜਿਨ੍ਹਾਂ ਦੀ ਉਮਰ ਘੱਟੋ ਘੱਟ 18 ਸਾਲ ਹੋਵੇ। ਉਹ ਕੈਨੇਡੀਅਨ ਸਿਟੀਜ਼ਨ ਜਾਂ ਫਿਰ PR ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਜਾਂ ਫਿਰ ਉਹ ਕੈਨੇਡੀਅਨ ਇੰਡੀਅਨ ਐਕਟ ਅਧੀਨ ਰਜਿਸਟਰਡ ਹੋਣ। ਸਪਾਂਸਰਸ ਨੂੰ ਫਾਈਨੈਂਸ਼ੀਅਲ ਨੀਡਸ ਆਪਣੇ ਸਪਾਂਸਰਡ ਪਰਸਨ ਵਾਸਤੇ ਸ਼ੋਅ ਕਰਨੀਆਂ ਜ਼ਰੂਰੀ ਹੋਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਆਪਣੀ ਅਰਜ਼ੀ ਨੂੰ ਜਮ੍ਹਾਂ ਕਿਵੇਂ ਕਰਵਾਉਣਾ ਹੈ। ਸਭ ਤੋਂ ਪਹਿਲਾਂ IRCC ਤੋਂ ਐਪਲੀਕੇਸ਼ਨ ਪੈਕੇਜ ਲੈਣਾ ਹੋਵੇਗਾ। IRCC ਦੀ ਫੀਸ ਦੇਣੀ ਹੋਵੇਗੀ। ਇਸ ਵਿੱਚ ਪ੍ਰੋਸੈਸਿੰਗ ਫੀਸ ਅਤੇ ਹੋਰ ਕਈ ਫੀਸ ਸ਼ਾਮਿਲ ਹੋਣਗੀਆਂ। ਇਹ ਫੀਸ IRCC ਦੀ ਵੈਬਸਾਈਟ ਦੇ ਰਾਹੀਂ ਜਮ੍ਹਾਂ ਕਰਵਾਉਣੀ ਪਏਗੀ। ਫਿਰ ਬਾਅਦ ਦੇ ਵਿੱਚ IRCC ਨੂੰ ਆਪਣੀ ਪੂਰੀ ਅਰਜ਼ੀ ਮੇਲ ਕਰਨੀ ਪਵੇਗੀ ਤੇ IRCC ਵੱਲੋਂ ਪ੍ਰੋਸੈਸਿੰਗ ਦੇ ਵਿੱਚ ਹੁਣ 12 ਮਹੀਨੇ ਦਾ ਸਮਾਂ ਲਗਾਉਣ ਦੀ ਗੱਲ ਕਹੀ ਗਈ ਹੈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਵਿੱਚ ਅੱਗ ਲੱਗੀ, ਜਿਸ ਵਿੱਚ 5 ਜਾਣਿਆਂ ਦੀ ਮੌਤ ਹੋ ਗਈ। ਇਹਨਾਂ 5 ਜਾਣਿਆਂ ਵਿੱਚ 3 ਬੱਚੇ ਸ਼ਾਮਿਲ ਨੇ ਤੇ 2 ਉਹਨਾਂ ਦੇ ਮਾਂ-ਬਾਪ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਜਾਣੀ ਕਿ ਅੱਗ ਲੱਗਣ ਦੇ ਕਾਰਨ ਜਾਂਚ ਲਈ ਗਈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਲੋਕ ਜ਼ਖਮੀ ਵੀ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬ੍ਰੈਂਪਟਨ ਦੇ ਇੱਕ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਵਿੱਚ 5 ਜਾਣਿਆਂ ਦੀ ਮੌਤ ਹੋ ਗਈ। ਇਹਨਾਂ 5 ਮਰਨ ਵਾਲਿਆਂ ਵਿੱਚ 3 ਬੱਚੇ ਅਤੇ 2 ਅਡਲਟਸ ਸ਼ਾਮਿਲ ਨੇ। ਓਨਟਾਰੀਓ ਬ੍ਰੈਂਪਟਨ ਤੋਂ ਇਹ ਅੱਗ ਲੱਗਣ ਦਾ ਮਾਮਲਾ ਸਵੇਰ ਸਮੇਂ ਸਾਹਮਣੇ ਆਇਆ, ਜਿੱਥੇ ਫਾਇਰ ਚੀਫ ਦੇ ਦੱਸਣ ਮੁਤਾਬਕ ਫਾਇਰ ਫਾਈਟਰਸ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਘਟਨਾ ਵਾਲੀ ਥਾਂ ਦੇ ਉੱਪਰ ਸਵੇਰੇ 9 ਵਜੇ ਦੇ ਕਰੀਬ ਫਾਇਰ ਫਾਈਟਰਸ ਪਹੁੰਚੇ, ਪਰ ਉਹਨਾਂ ਵੱਲੋਂ 5 ਜਾਣਿਆਂ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਬਾਰੇ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਇਸ ਮਾਮਲੇ ਵਿੱਚ 3 ਬੱਚੇ ਅਤੇ 2 ਅਡਲਟਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਵੱਲੋਂ ਦੱਸਿਆ ਗਿਆ ਕਿ 2 ਬੱਚਿਆਂ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ, ਜਦਕਿ ਤੀਸਰੇ ਬੱਚੇ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੇ 2 ਅਡਲਟਸ ਦੀ ਮੌਤ ਹੋ ਗਈ, ਉਹਨਾਂ ਨੂੰ ਵੀ ਘਟਨਾ ਵਾਲੀ ਥਾਂ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 2 ਅਡਲਟਸ ਅਜਿਹੇ ਵੀ ਸਨ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਤੇ ਉਹਨਾਂ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਤੀਸਰੇ ਅਡਲਟ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਦਾ ਉੱਥੇ ਇਲਾਜ ਚੱਲ ਰਿਹਾ ਹੈ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਦੌਰਾਨ ਜਿਹੜੇ 3 ਬੱਚਿਆਂ ਦੀ ਮੌਤ ਹੋਈ, ਉਹਨਾਂ ਦੀ ਉਮਰ 6, 8 ਅਤੇ 11 ਸਾਲ ਦੱਸੀ ਗਈ ਤੇ ਜਿਹੜੇ 2 ਅਡਲਟਸ ਦੀ ਮੌਤ ਹੋਈ ਹੈ, ਉਹ ਇਹਨਾਂ ਦੇ ਮਾਂ-ਬਾਪ ਦੱਸੇ ਜਾ ਰਹੇ ਨੇ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਪੀਲ ਰੀਜਨਲ ਪੁਲਿਸ, ਬ੍ਰੈਂਪਟਨ ਫਾਇਰ ਇਨਵੈਸਟੀਗੇਟਰਸ, ਫਾਇਰ ਮਾਰਸ਼ਲ ਵੱਲੋਂ ਇਕੱਠਿਆਂ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਵਿੱਚ ਜਿਹੜੇ 5 ਜਾਣਿਆਂ ਦੀ ਮੌਤ ਹੋ ਗਈ ਉਹਨਾਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ। ਸਿਰਫ ਬੱਚਿਆਂ ਦੀ ਉਮਰ ਦੇ ਬਾਰੇ ਹੀ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ ਹੈ। ਬਾਕੀ ਅਜੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਘਰਾਂ ਵਿੱਚੋਂ ਤਾਂ ਆਪਣੇ ਸਮੋਕ ਅਲਾਰਮਸ ਚੈੱਕ ਕਰਦੇ ਰਹੋ ਅਤੇ ਆਪਣੀ ਸੇਫਟੀ ਦਾ ਪੂਰੀ ਤਰ੍ਹਾਂ ਦੇ ਨਾਲ ਖਿਆਲ ਰੱਖਿਆ ਜਾਵੇ। ਕੈਨੇਡਾ ਵੱਲੋਂ ਇਤਿਹਾਸ ਰਚਿਆ ਗਿਆ ਤੇ ਜਗਮੀਤ ਸਿੰਘ ਨੇ ਇਸ ਦੀ ਖੁਸ਼ੀ ਮਨਾਈ ਹੈ। ਜੀ ਹਾਂ, ਜੋ ਫੁੱਟਬਾਲ ਟੀਮ ਹੈ ਉਹਨਾਂ ਵੱਲੋਂ ਇਤਿਹਾਸ ਰਚਦਿਆਂ ਫੀਫਾ ਵਰਲਡ ਕੱਪ ਦੇ ਵਾਸਤੇ ਕੁਆਲੀਫਾਈ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਜਗਮੀਤ ਸਿੰਘ ਵੱਲੋਂ ਵੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਇਸ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ। ਕੈਨੇਡਾ ਦੀ ਫੁੱਟਬਾਲ ਟੀਮ ਵੱਲੋਂ ਇਤਿਹਾਸ ਰਚਿਆ ਗਿਆ, ਜਿੱਥੇ ਉਹਨਾਂ ਵੱਲੋਂ ਫੀਫਾ ਵਰਲਡ ਕੱਪ ਫਾਈਨਲਸ ਵਾਸਤੇ ਕੁਆਲੀਫਾਈ ਕਰ ਲਿਆ ਗਿਆ ਹੈ। ਕੈਨੇਡਾ ਦੀ ਫੁੱਟਬਾਲ ਟੀਮ ਵੱਲੋਂ ਦੂਸਰੀ ਟੀਮ ਨੂੰ 4-0 ਨਾਲ ਹਰਾਇਆ ਗਿਆ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਪਰਫਾਰਮੈਂਸ ਮੈਕਸੀਕੋ ਵਿੱਚ 1986 ਦੌਰਾਨ ਦੇਖਣ ਨੂੰ ਮਿਲੀ ਸੀ। ਇਸ ਬਾਰੇ ਹੈੱਡ ਕੋਚ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਹੈੱਡ ਕੋਚ ਦਾ ਕਹਿਣਾ ਸੀ ਕਿ ਜਦੋਂ ਮੈਂ ਪਹਿਲੀ ਵਾਰ ਇਹ ਸਭ ਦੇਖਿਆ, ਮੈਨੂੰ ਲੱਗਿਆ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਮੈਨੂੰ ਲੱਗਿਆ ਕਿ ਸਾਨੂੰ ਕੋਈ ਵੀ ਬਿਲੀਵ ਨਹੀਂ ਕਰੇਗਾ। ਕੋਚ ਦੀ ਖੁਸ਼ੀ ਵੀ ਇਸ ਵਕਤ ਵੇਖਣ ਵਾਲੀ ਸੀ ਜਦੋਂ ਟੀਮ ਵੱਲੋਂ ਇਤਿਹਾਸ ਰਚਿਆ ਗਿਆ। ਇਸ ਮੈਚ ਤੋਂ ਬਾਅਦ ਹੁਣ ਕੈਨੇਡਾ ਅਜਿਹੀ 20ਵੀਂ ਟੀਮ ਬਣ ਗਈ ਹੈ ਜਿਨ੍ਹਾਂ ਵੱਲੋਂ 2022 ਫੀਫਾ ਵਰਲਡ ਕੱਪ ਵਾਸਤੇ ਕੁਆਲੀਫਾਈ ਕਰ ਲਿਆ ਗਿਆ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ 12 ਟੀਮਾਂ ਨੇ ਉਹਨਾਂ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਆ ਜਾਵੇਗਾ। ਦੱਸ ਦਈਏ ਕਿ ਕੈਨੇਡਾ ਦੀ ਟੀਮ ਵੱਲੋਂ ਜਦੋਂ ਇਤਿਹਾਸਕ ਜਿੱਤ ਦਰਜ ਕੀਤੀ ਗਈ ਤਾਂ ਇਸ ਦੀ ਖੁਸ਼ੀ ਕੈਨੇਡੀਅਨਸ ਵੱਲੋਂ ਵੀ ਮਨਾਈ ਗਈ। ਸੋਸ਼ਲ ਮੀਡੀਆ ਉੱਪਰ ਵੀ ਲਗਾਤਾਰ ਇਸ ਨਾਲ ਸੰਬੰਧਿਤ ਹਰ ਕਿਸੇ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਰੂਸ ਵੱਲੋਂ ਲਗਾਤਾਰ ਯੂਕਰੇਨ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਸ਼ਹਿਰਾਂ ਦੇ ਉੱਪਰ ਬੰਬ ਸੁੱਟੇ ਜਾ ਰਹੇ ਨੇ। ਇੱਕ ਸ਼ਹਿਰ ਦੇ ਉੱਪਰ ਜੋ ਹਮਲਾ ਕੀਤਾ ਗਿਆ ਉਸ ਵਿੱਚ ਹੁਣ ਤੱਕ 5000 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਮੌਤ ਦਾ ਸਪਸ਼ਟ ਅੰਕੜਾ ਹੈ ਉਸ ਤੋਂ ਵੱਖ ਹੋ ਸਕਦਾ ਹੈ। ਲਗਾਤਾਰ ਜਿਹੜੀ ਗਿਣਤੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਪਰ ਡੀਟੇਲ ਜੋ ਦਿੱਤੀ ਗਈ ਉਸ ਮੁਤਾਬਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 5000 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਸ਼ੀਆ ਵੱਲੋਂ ਲਗਾਤਾਰ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਅਟੈਕ ਕੀਤੇ ਜਾ ਰਹੇ ਨੇ। ਮੈਰੀਓਪੋਲ ਵਿੱਚ ਹੁਣ ਤੱਕ 5000 ਦੇ ਕਰੀਬ ਲੋਕਾਂ ਦੀ ਜਾਨ ਇਸ ਜੰਗ ਦੌਰਾਨ ਚਲੀ ਗਈ। ਇਸ ਬਾਰੇ ਮੇਅਰਸ ਆਫਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ 5000 ਦੇ ਕਰੀਬ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਇਸ ਵਿੱਚ 210 ਬੱਚੇ ਵੀ ਸ਼ਾਮਲ ਨੇ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੋਰਟ ਸਿਟੀ ਵਿੱਚ ਭਾਰੀ ਨੁਕਸਾਨ ਹੋ ਚੁੱਕਿਆ ਹੈ। 90% ਦੇ ਕਰੀਬ ਇਮਾਰਤਾਂ ਅਜਿਹੀਆਂ ਨੇ ਜਿਹੜੀਆਂ ਨੁਕਸਾਨੀਆਂ ਜਾ ਚੁੱਕੀਆਂ ਹਨ। ਇਸ ਵਿੱਚੋਂ 40% ਅਜਿਹੀਆਂ ਨੇ ਜਿਹੜੀਆਂ ਬਿਲਕੁਲ ਤਬਾਹ ਹੋ ਗਈਆਂ। ਫਿਲਹਾਲ ਅਜੇ ਤੱਕ ਸਪਸ਼ਟ ਰੂਪ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਹੁਣ ਤੱਕ ਕਰੀਬ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜੇ ਵੀ ਮੌਤਾਂ ਦੇ ਅੰਕੜੇ ਨੂੰ ਗਿਣਿਆ ਜਾ ਰਿਹਾ ਹੈ। ਮੇਅਰ ਵੱਲੋਂ ਹਾਲ ਹੀ ਵਿੱਚ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮੈਰੀਓਪੋਲ ਵਿੱਚ 1,60,000 ਸਿਵਿਲੀਅਨਸ ਅਜੇ ਵੀ ਫਸੇ ਹੋਏ ਹਨ। ਇਸ ਸ਼ਹਿਰ ਦੇ ਵਿੱਚ ਹਾਲਾਤ ਕਾਫੀ ਡਰਾਵਣੇ ਬਣੇ ਹੋਏ ਨੇ। ਉਧਰ ਦੂਜੇ ਪਾਸੇ ਰਸ਼ੀਆ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਹ ਸਿਵਿਲੀਅਨਸ ਉੱਪਰ ਅਟੈਕ ਕਰ ਰਹੇ ਨੇ। ਇਸ ਬਾਰੇ ਸਮੇਂ-ਸਮੇਂ ਤੇ ਯੂਐਨ ਵੀ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ। ਹੁਣ ਯੂਐਨ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Deaths of civilian casualties there is significantly higher. We are trying to look into the scale. We have, for example, got increasing information on mass graves that are there. For example, one mass grave we've been able to get satellite information on, and we estimate that one of those mass graves holds about 200 people. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਦੌਰੇ ਦੇ ਉੱਪਰ ਜਾਣ ਵਾਲੇ ਨੇ। ਇਹ ਦੌਰਾ ਇਸ ਹਫ਼ਤੇ ਹੋਣ ਜਾ ਰਿਹਾ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਗਈ। ਕਿਹੜੀ ਥਾਂ ਦੇ ਉੱਪਰ ਜਾ ਰਹੇ ਨੇ ਤੇ ਕਿਸ ਸਿਲਸਿਲੇ ਵਿੱਚ ਉਹ ਜਾ ਰਹੇ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੌਰੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਜਸਟਿਨ ਟਰੂਡੋ ਬ੍ਰਿਟਿਸ਼ ਕੋਲੰਬੀਆ ਫਰਸਟ ਨੇਸ਼ਨ ਦਾ ਦੌਰਾ ਕਰਨਗੇ। ਜੀ ਹਾਂ, WLFN ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਹਫ਼ਤੇ ਹੋਸਟ ਕੀਤਾ ਜਾਵੇਗਾ। ਦਰਅਸਲ ਮਾਮਲਾ ਬੇਨਾਮ ਕਬਰਾਂ ਨਾਲ ਜੁੜਿਆ ਹੋਇਆ ਹੈ, ਜਿਸ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਜ਼ਿਟ ਕਰਨਗੇ। ਦੱਸ ਦਈਏ ਕਿ ਮਿਸ਼ਨ ਸਾਈਟ ਦੇ ਉੱਪਰ WLFN ਨੂੰ 93 ਰਿਫਲੈਕਸ਼ਨਸ ਮਿਲੀਆਂ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਹਨਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਸ ਸਮੇਂ ਇਸ ਸਭ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਸੀ, ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ। We recognize that these are extremely challenging topics, but the work that we've been doing is a critical part of uncovering the truth about the history of residential schools in this country. We try to prepare as best possible by ensuring that there are supports in place for those who may require them following today's announcement,
To briefly summarize some of those supports, in our council chambers here, we have cultural and wellness supports. In our community, we have those same supports. We have staff from Three Corners Health Services Society. We are putting and finding the balance between modern supports and historical supports, traditional supports. In today's day and age, that's a balance that is very hard to do and hard to find as First Nations people, as leaders in our communities. There's trauma-informed culture, health, and wellness staff at the gym, like I said. We have a Sacred Fire, and there's going to be health and wellness staff. That Sacred Fire is going to be at our arbor and is going to start at 3 p.m. following this presentation. For those of us joining through Zoom, First Nations Health Authority mental health supports are online in real time through Zoom, and the Zoom link is posted in our chat box. ontario ਦੇ MPP ਦੇ ਉੱਪਰ ਕੁਝ ਚਾਰजेस ਲਗਾਏ ਗਏ ਨੇ ਤੇ ਉਹਨਾਂ ਵੱਲੋਂ ਆਤਮ ਸਮਰਪਣ ਕੀਤਾ ਗਿਆ। ਦਰਅਸਲ ਇਹ ਮਾਮਲਾ ਟਰੱਕ ਪ੍ਰਦਰਸ਼ਨ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਉੱਪਰ ਕੁਝ ਚਾਰजेस ਵੀ ਲਗਾਏ ਗਏ। ਕੀ ਹੈ ਪੂਰੀ ਡਿਟੇਲ ਜਾਣੋ ਇਸ ਖਬਰ ਰਾਹੀਂ। ontario ਦੇ MPP ਦੇ ਉੱਪਰ ਚਾਰजेस ਲਗਾਏ ਗਏ ਨੇ। ਉਹਨਾਂ ਉੱਪਰ ਦੋਸ਼ ਹੈ ਕਿ ਓਟਵਾ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ, ਇਸ ਦੌਰਾਨ ਅਫਸਰਾਂ ਦੇ ਉੱਪਰ ਉਹਨਾਂ ਵੱਲੋਂ ਹਮਲਾ ਕੀਤਾ ਗਿਆ। ਜੀ ਹਾਂ, ਓਟਵਾ ਵਿੱਚ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ, ਇਸ ਸੰਬੰਧ ਵਿੱਚ MPP ਤੇ ਕਈ ਹੋਰ ਮਾਮਲੇ ਦਰਜ ਕੀਤੇ ਗਏ ਹਨ। MPP ਰੈਂਡੀ ਖਿਲਾਫ 9 ਹੋਰ ਚਾਰजेस ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਰੈਂਡੀ ਉੱਪਰ ਪੀਸ, ਪਬਲਿਕ ਅਫੇਅਰ ਤੇ ਹਮਲਾ ਕਰਨ ਦਾ ਦੋਸ਼, ਪਬਲਿਕ ਅਫਸਰਾਂ ਤੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਉਹਨਾਂ ਨੂੰ ਰੋਕਣ ਦੇ 2 ਦੋਸ਼, ਆਫਿਸਰਸ ਦੀ ਮਦਦ ਕਰਨ ਵਾਲੇ ਦੇ ਕੰਮ ਵਿੱਚ ਰੁਕਾਵਟ ਪਾਉਣ ਜਾਂ ਫਿਰ ਉਹਨਾਂ ਨੂੰ ਰੋਕਣ ਦੇ ਦੋਸ਼, ਅਪਰਾਧ ਦੇ ਦਾਇਰੇ ਵਿੱਚ ਆਉਣ ਵਾਲੀ ਹਰਕਤ ਨੂੰ ਅੰਜਾਮ ਦੇਣ ਦੀ ਸਲਾਹ ਕਰਨ ਦੇ 3 ਦੋਸ਼, ਜਿਨ੍ਹਾਂ ਵਿੱਚੋਂ 2 ਨੂੰ ਸ਼ਰਾਰਤ ਮੰਨਿਆ ਗਿਆ। ਸ਼ਰਾਰਤ ਜਾਂ $5,000 ਤੋਂ ਵੱਧ ਦੀ ਸੰਪਤੀ ਵਿੱਚ ਅੜਿੱਕਾ ਬਣਨ ਦੇ 2 ਦੋਸ਼ ਲਗਾਏ ਗਏ ਹਨ। ਦੱਸ ਦਈਏ ਕਿ MPP ਵੱਲੋਂ ਪੁਲਿਸ ਹੈੱਡਕੁਆਰਟਰ ਵਿੱਚ ਖੁਦ ਆਤਮ ਸਮਰਪਣ ਕਰ ਦਿੱਤਾ ਗਿਆ। ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੁਲਿਸ ਵੱਲੋਂ ਕਾਲ ਕੀਤੀ ਜਾਣ ਤੋਂ ਬਾਅਦ ਉਹਨਾਂ ਨੇ ਅਜਿਹਾ ਕੀਤਾ। ਇਸ ਤੋਂ ਇਲਾਵਾ ਰੈਂਡੀ ਵੱਲੋਂ ਅਫਸਰਾਂ ਉੱਪਰ ਹਮਲਾ ਕਰਨ ਦੀ ਗੱਲ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਿਲਦੇ ਰਹੇ। ਉਹਨਾਂ ਕਿਹਾ, ਮੈਨੂੰ ਨਹੀਂ ਪਤਾ ਸੀ ਕਿ ਕਿਸੇ ਨੂੰ ਗਲ ਲਾ ਕੇ ਮਿਲਣਾ ਜਾਂ ਫਿਰ ਹੱਥ ਮਿਲਾਉਣਾ ਹਮਲਾ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਰੈਂਡੀ 2007 ਤੋਂ MPP ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਆਉਂਦੀਆਂ ਸੂਬਾਈ ਚੋਣਾਂ ਵਿੱਚ ਉਹ ਚੋਣ ਨਹੀਂ ਲੜਨਗੇ। ਮਾਮਲਾ ਸਰੀ ਤੋਂ ਸਾਹਮਣੇ ਹੈ, ਜਿੱਥੇ 3 ਦਿਨਾਂ ਵਿੱਚ 3 ਥਾਂ ਦੇ ਉੱਪਰ ਗੋਲੀਆਂ ਚੱਲੀਆਂ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਤਾਜ਼ਾ ਮਾਮਲਾ ਸਾਹਮਣੇ ਆਇਆ, ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਟਾਰਗੇਟਡ ਸ਼ੂਟਿੰਗ ਹੈ। ਇਸ ਤੋਂ ਇਲਾਵਾ ਇਸ ਦਾ ਸੰਬੰਧ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਵੀ ਦੱਸਿਆ ਗਿਆ। ਸਰੀ ਵਿੱਚ 3 ਦਿਨਾਂ ਦੌਰਾਨ 3 ਥਾਵਾਂ ਤੇ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ, ਜਿਸ ਦੀ ਹੁਣ ਸਰੀ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਮਾਮਲਾ 25 ਮਾਰਚ ਰਾਤ 11:30 ਦੇ ਕਰੀਬ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਵੈਲੀ ਵਿੱਚ ਗੋਲੀਆਂ ਚੱਲੀਆਂ ਨੇ। ਹੁਣ ਇਸ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਫੀਸਰਸ ਵੱਲੋਂ ਦੱਸਿਆ ਗਿਆ ਕਿ ਸਰੀ RCMP ਗੈਂਗ ਇਨਫੋਰਸਮੈਂਟ ਟੀਮ ਵੱਲੋਂ ਗੋਲੀਬਾਰੀ ਨਾਲ ਸੰਬੰਧਿਤ ਕੁਝ ਸਬੂਤ ਇਕੱਠੇ ਕਰ ਲਏ ਗਏ ਹਨ। ਰਿਲੀਜ਼ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੇ ਕੁਝ ਸਮੇਂ ਬਾਅਦ ਇੱਕ ਮੇਲ ਲੋਕਲ ਹਸਪਤਾਲ ਵਿੱਚ ਪਹੁੰਚਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹੁਣ ਸਰੀ RCMP ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਸ ਮਾਮਲੇ ਦੀ ਪੜਤਾਲ ਆਪਣੇ ਹੱਥਾਂ ਵਿੱਚ ਲੈ ਲਈ ਗਈ ਹੈ। ਆਫੀਸਰਸ ਵੱਲੋਂ ਅਜੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਅਜੇ ਮਾਮਲੇ ਦੀ ਜਾਂਚ ਅਰਲੀ ਸਟੇਜਸ ਦੇ ਉੱਪਰ ਹੈ ਤੇ ਉਹਨਾਂ ਵੱਲੋਂ ਅਜੇ ਤੱਕ ਕੁਝ ਖਾਸ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਦਾ ਸੰਬੰਧ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਨਾਲ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਕੋਈ ਹੋਰ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 6045990502 ਕ੍ਰਾਈਮ ਸਟਾਪਰਸ ਨਾਲ 8100222847 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਜੋ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ, ਉਸ ਦਾ ਨਤੀਜਾ ਇਹ ਹੋਇਆ ਕਿ ਹੁਣ ਵਾਹਨ ਚਲਾਉਣੇ ਡਰਾਈਵਰਾਂ ਵੱਲੋਂ ਘੱਟ ਕਰ ਦਿੱਤੇ ਗਏ। ਇਸ ਬਾਰੇ ਇੱਕ ਸਰਵੇ ਸਾਹਮਣੇ ਆਇਆ, ਜਿਸ ਤੋਂ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਜਿਹੜੇ ਡਰਾਈਵਰਸ ਨੇ ਹੁਣ ਉਹ ਇਲੈਕਟ੍ਰੋਨਿਕ ਵਾਹਨ ਲੈਣਾ ਚਾਹੁੰਦੇ ਨੇ, ਜਾਂ ਫਿਰ ਕਈਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਹਾਈਬ੍ਰਿਡ ਲੈਣਗੇ।
ਇਸ ਬਾਰੇ ਹੋਰ ਸਰਵੇ ਦੇ ਵਿੱਚ ਕਿਹੜੀ ਜਾਣਕਾਰੀ ਸਾਹਮਣੇ ਆਈ, ਜਾਣੋ ਇਸ ਖਬਰ ਰਾਹੀਂ। ਕੈਨੇਡਾ 'ਚ ਜੋ ਗੈਸ ਦੀਆਂ ਕੀਮਤਾਂ ਵਧ ਰਹੀਆਂ ਨੇ, ਉਸ ਦਾ ਨਤੀਜਾ ਇਹ ਹੋਇਆ ਕਿ ਹੁਣ ਕੈਨੇਡੀਅਨਸ ਪਹਿਲਾਂ ਦੇ ਮੁਕਾਬਲੇ ਘੱਟ ਗੱਡੀ ਚਲਾਉਣ ਲੱਗੇ ਨੇ। ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੇ ਹੋਰ ਪ੍ਰੋਵਿੰਸਸ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ। ਹੁਣ ਅੱਧੇ ਤੋਂ ਜ਼ਿਆਦਾ ਕੈਨੇਡੀਅਨਸ ਅਜਿਹੇ ਹਨ ਜਿਨ੍ਹਾਂ ਵੱਲੋਂ ਡਰਾਈਵਿੰਗ ਕਰਨੀ ਘੱਟ ਕਰ ਦਿੱਤੀ ਗਈ। ਇਹ ਜਾਣਕਾਰੀ ਇੱਕ ਸਰਵੇ ਤੋਂ ਸਾਹਮਣੇ ਆਈ ਹੈ। ਇਸ ਸਰਵੇ ਵਿੱਚ 1500 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ, ਜਿੱਥੇ ਉਹਨਾਂ ਤੋਂ ਵਧ ਰਹੀਆਂ ਗੈਸ ਦੀਆਂ ਕੀਮਤਾਂ ਸੰਬੰਧੀ ਸਵਾਲ ਪੁੱਛੇ ਗਏ। ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਕਸਰ ਹੀ ਗੈਸ ਦੀਆਂ ਕੀਮਤਾਂ ਕਾਫੀ ਵੱਧ ਦਰਜ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰਸ ਵੱਲੋਂ ਡਰਾਈਵਿੰਗ ਕਰਨੀ ਘੱਟ ਨਹੀਂ ਕੀਤੀ ਗਈ। ਸਰਵੇ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਕੈਨੇਡੀਅਨਸ ਵੱਲੋਂ ਇਲੈਕਟ੍ਰਿਕ, ਹਾਈਬ੍ਰਿਡ ਅਤੇ ਆਲਟਰਨੇਟਿਵ ਫਿਊਲ ਸੋਰਸਸ ਵਾਹਨ ਖਰੀਦੇ ਜਾ ਰਹੇ ਨੇ। 18% ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਲੈਕਟ੍ਰਿਕ ਕਾਰ ਖਰੀਦੀ ਜਾਵੇਗੀ। 20% ਵੱਲੋਂ ਹਾਈਬ੍ਰਿਡ ਖਰੀਦਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਾਣਕਾਰੀ ਲਈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹਾਲ ਹੀ ਵਿੱਚ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ, ਜਿੱਥੇ ਡਰਾਈਵਰਸ ਨੂੰ ਰੀਬੇਟ ਦਿੱਤਾ ਜਾਵੇਗਾ। ICBC ਵੱਲੋਂ ਡਰਾਈਵਰਸ ਨੂੰ $110 ਦਾ ਰੀਬੇਟ ਦਿੱਤਾ ਜਾਏਗਾ, ਜਿਸ ਬਾਰੇ ਪ੍ਰੀਮੀਅਰ ਜੌਨ ਹੌਰਗਨ ਵੀ ਬੋਲਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਕਮਰਸ਼ੀਅਲ ਡਰਾਈਵਰਸ ਨੂੰ ਮਿਲਣ ਵਾਲੇ ਰੀਬੇਟ ਦੀ ਕੀਮਤ $165 ਦੱਸੀ ਗਈ। ontario ਸਰਕਾਰ ਵੱਲੋਂ ਫੈਡਰਲ ਸਰਕਾਰ ਜਾਣੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨਾਲ ਹੱਥ ਮਿਲਾਏ ਗਏ ਨੇ। ਉਹਨਾਂ ਵੱਲੋਂ ਚਾਈਲਡ ਕੇਅਰ ਦੇ ਸੰਬੰਧ ਵਿੱਚ ਡੀਲ ਕੀਤੀ ਗਈ ਹੈ। ਇਸ ਬਾਰੇ ontario ਤੋਂ ਜਾਣਕਾਰੀ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਨੂੰ ਇਤਿਹਾਸਿਕ ਪਲ ਦੱਸਿਆ ਗਿਆ ਹੈ। ਦੱਸ ਦਈਏ ਕਿ ਡੀਲ ਪਹਿਲਾਂ ਵੱਖ-ਵੱਖ ਪ੍ਰੋਵਿੰਸਸ ਅਤੇ ਟੈਰੀਟਰੀਜ਼ ਕਰ ਚੁੱਕੇ ਨੇ। ontario ਵੱਲੋਂ ਜਦੋਂ ਹੁਣ ਡੀਲ ਕੀਤੀ ਗਈ, ਉਸ ਤੋਂ ਬਾਅਦ ਲਗਭਗ ਸਾਰੇ ਜਿਹੜੇ ਸੂਬੇ ਨੇ ਤੇ ਟੈਰੀਟਰੀਜ਼ ਉਹ ਹੁਣ ਇਸ ਡੀਲ ਦੇ ਸੰਬੰਧ ਵਿੱਚ ਫੈਡਰਲ ਸਰਕਾਰ ਨਾਲ ਹੱਥ ਮਿਲਾ ਚੁੱਕੇ ਨੇ। ontario ਵੱਲੋਂ ਫੈਡਰਲ ਸਰਕਾਰ ਨਾਲ ਚਾਈਲਡ ਕੇਅਰ ਡੀਲ ਕੀਤੀ ਗਈ। ਇਹ ਡੀਲ $13.2 ਬਿਲੀਅਨ ਦੀ ਹੈ। ਜਾਣਕਾਰੀ ਮੁਤਾਬਕ 2025 ਤੱਕ ਚਾਈਲਡ ਕੇਅਰ ਨੂੰ $10 ਪ੍ਰਤੀ ਦਿਨ ਤੇ ਲਿਆਉਣ ਲਈ $3.2 ਬਿਲੀਅਨ ਖਰਚ ਕੀਤੇ ਜਾਣਗੇ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਇਸ ਨਵੇਂ ਪ੍ਰੋਗਰਾਮ ਨਾਲ ਇੱਕ ਪਰਿਵਾਰ ਨੂੰ ਪ੍ਰਤੀ ਬੱਚਾ $6,000 ਦੀ ਬਚਤ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕਰਦਿਆਂ ਇਸ ਨੂੰ ਇਤਿਹਾਸਿਕ ਪਲ ਦੱਸਿਆ ਗਿਆ, ਕਿਉਂਕਿ ontario ਅਜਿਹਾ ਸੂਬਾ ਸੀ ਜਿਸ ਵੱਲੋਂ ਇਸ ਸਮਝੌਤੇ ਦੇ ਉੱਪਰ ਦਸਤਖਤ ਨਹੀਂ ਕੀਤੇ ਗਏ ਸਨ। ਅੱਜ ਦੇ ਐਲਾਨ ਤੋਂ ਬਾਅਦ ਕੈਨੇਡਾ ਦੇ ਸਾਰੇ ਪ੍ਰੋਵਿੰਸਸ ਅਤੇ ਟੈਰੀਟਰੀਜ਼ ਦਾ ਫੈਡਰਲ ਸਰਕਾਰ ਦੇ ਚਾਈਲਡ ਕੇਅਰ ਪ੍ਰੋਗਰਾਮ ਨਾਲ ਹੁਣ ਸਮਝੌਤਾ ਹੋ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We know kids deserve the best start in life, and parents, especially moms, shouldn't have to choose between family or a career. A year ago, we said we would build a national system to make childcare more affordable and accessible everywhere in Canada, and today we continue to deliver on that promise. We have reached a multi-year agreement with Ontario that will cut fees by an average of 25%, and parents will start seeing savings across Ontario in the coming weeks, and cut fees in half on average by the end of this year. Savings per child of about, by the end of 2022, of an average of about $6,000 a year. That is real money for families at a time where we know costs of living continue to go up, the situation in Ukraine, the coming out of COVID, the challenges that our economies are facing means this is real money that will stay in the pockets of families this year to help with everything else. We're going to meet our $10 a day target in 4 years, and at the same time create 86,000 new spaces by the end of 2026 across Ontario. I know Ontario parents have been wondering for a while when this was going to happen. Well, we worked hard to get this deal done because you deserve affordable childcare like all Canadian parents. Pour les familles ontariennes, l'entente va faire une vraie différence. C'est plus d'argent dans vos poches pour l'épicerie, pour l'essence. Les Canadiens peuvent compter sur nos gouvernements pour continuer de livrer la marchandise. Now, including Ontario, we've reached childcare agreements with all provinces and territories across the country. ਸਨਵਿੰਗ ਫਲਾਈਟ ਪਾਰਟੀ ਮਾਮਲੇ ਦੇ ਸੰਬੰਧ ਵਿੱਚ ਇੱਕ ਵਾਰ ਫਿਰ ਤੋਂ ਟਰਾਂਸਪੋਰਟ ਕੈਨੇਡਾ ਨੇ ਕਾਰਵਾਈ ਕੀਤੀ ਹੈ।
12 ਜਾਣਿਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ। ਇਸ ਤੋਂ ਪਹਿਲਾਂ ਵੀ ਕਈਆਂ ਦੇ ਉੱਪਰ ਜੁਰਮਾਨਾ ਜਿਹੜਾ ਹੈ ਉਹ ਟਰਾਂਸਪੋਰਟ ਕੈਨੇਡਾ ਵੱਲੋਂ ਠੋਕਿਆ ਗਿਆ। ਦਰਅਸਲ ਦਸੰਬਰ ਮਹੀਨੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਫਲਾਈਟ ਦੇ ਵਿੱਚ ਪਾਰਟੀ ਕੀਤੀ ਗਈ। ਕੁਝ ਇਨਫਲੂਐਂਸਰਸ ਵੀ ਇਸ ਫਲਾਈਟ ਦੇ ਵਿੱਚ ਸਨ ਜਿਨ੍ਹਾਂ ਵੱਲੋਂ ਵੀਡੀਓ ਬਣਾਈ ਗਈ ਤੇ ਉਹ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਗਈ। ਸਨਵਿੰਗ ਫਲਾਈਟ ਪਾਰਟੀ ਮਾਮਲੇ ਦੇ ਵਿੱਚ ਟਰਾਂਸਪੋਰਟ ਕੈਨੇਡਾ ਵੱਲੋਂ ਹੋਰ ਕਾਰਵਾਈ ਕੀਤੀ ਗਈ। 12 ਹੋਰ ਜਾਣਿਆਂ ਦੇ ਉੱਪਰ ਜੁਰਮਾਨਾ ਲਗਾਇਆ ਗਿਆ ਹੈ ਜਿਸ ਦੀ ਜਾਣਕਾਰੀ ਟਰਾਂਸਪੋਰਟ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਜੀ ਹਾਂ, ਪਿਛਲੇ ਦਸੰਬਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਸਨਵਿੰਗ ਫਲਾਈਟ ਦੇ ਉੱਪਰ ਪਾਰਟੀ ਕੀਤੀ ਗਈ। ਇਸ ਦੌਰਾਨ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈਆਂ। ਸਮੇਂ-ਸਮੇਂ ਦੇ ਉੱਪਰ ਇਸ ਸੰਬੰਧੀ ਕਾਰਵਾਈ ਕੀਤੀ ਗਈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ 12 ਹੋਰ ਜਾਣਿਆਂ ਦੇ ਉੱਪਰ ਜੁਰਮਾਨੇ ਲਗਾਏ ਗਏ ਨੇ। ਇਸ ਬਾਰੇ ਫੈਡਰਲ ਟਰਾਂਸਪੋਰਟ ਮਿਨਿਸਟਰ ਵੱਲੋਂ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 7 ਯਾਤਰੀਆਂ ਨੂੰ ਨਾਨ ਕੰਪਲਾਇੰਸ ਵਿਦ ਵੈਕਸੀਨੇਸ਼ਨ ਰੂਲਸ ਅਤੇ 5 ਜਾਣਿਆਂ ਨੂੰ ਮਾਸਕ ਨਾ ਪਾਉਣ ਦੇ ਸੰਬੰਧ ਵਿੱਚ ਜੁਰਮਾਨਾ ਲਗਾਇਆ ਗਿਆ। ਅਥਾਰਟੀ ਦਾ ਕਹਿਣਾ ਹੈ ਕਿ ਹੁਣ ਤੱਕ ਕੁੱਲ 24 ਜੁਰਮਾਨੇ ਜਾਰੀ ਕੀਤੇ ਜਾ ਚੁੱਕੇ ਨੇ। ਫਿਲਹਾਲ ਇਸ ਮਾਮਲੇ ਦੇ ਸੰਬੰਧ ਵਿੱਚ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਹੋਰ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ 30 ਦਸੰਬਰ ਨੂੰ ਯਾਤਰੀਆਂ ਦੀ ਉਡਾਨ ਮੈਕਸੀਕੋ ਜਾ ਰਹੀ ਸੀ ਜਿੱਥੇ ਫਲਾਈਟ ਦੇ ਵਿੱਚ ਹੀ ਪਾਰਟੀ ਕੀਤੀ ਗਈ। ਕਈਆਂ ਵੱਲੋਂ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ। ਇਸ ਵਿੱਚੋਂ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਸ ਵੀ ਸਨ ਜਿਨ੍ਹਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਵਾਇਰਲ ਹੋ ਗਈਆਂ। ਬ੍ਰਿਟਿਸ਼ ਕੋਲੰਬੀਆ ਵੱਲੋਂ ਟੂਰਿਸਟ ਦਾ ਸਵਾਗਤ ਕੀਤਾ ਜਾਏਗਾ ਜਿਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਹੁਣ ਤਿਆਰੀ ਕੀਤੀ ਜਾ ਰਹੀ ਹੈ। ਟੂਰਿਜ਼ਮ ਸੈਕਟਰ ਵੱਲੋਂ ਪਹਿਲਾਂ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣ ਕਿਉਂਕਿ ਉਹਨਾਂ ਨੂੰ ਭਾਰੀ ਘਾਟਾ ਪੈਂਡੈਮਿਕ ਦੇ ਕਾਰਨ ਸਹਿਣਾ ਪਿਆ ਸੀ। ਫੈਡਰਲ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਸੀ। ਹੁਣ ਜਿਵੇਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜੇ ਟੂਰਿਸਟ ਨੇ ਉਹਨਾਂ ਦਾ ਸਵਾਗਤ ਕੀਤਾ ਜਾਵੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਟੂਰਿਸਟ ਦਾ ਸਵਾਗਤ ਕਰਨ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਡੈਸਟੀਨੇਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਦੇ ਸੰਬੰਧ ਵਿੱਚ ਪਹਿਲੀ ਅੰਤਰਰਾਸ਼ਟਰੀ ਮਾਰਕੀਟਿੰਗ ਕੈਂਪੇਨ ਲਿਆਂਦੀ ਗਈ ਹੈ। ਇਸ ਦਾ ਨਾਮ ਦ ਬ੍ਰਿਟਿਸ਼ ਕੋਲੰਬੀਆ ਇਫੈਕਟ ਫਾਈਂਡ ਯੋਰਸੈਲਫ ਰੱਖਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ, ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਯੂਕੇ ਤੋਂ ਆਉਣ ਵਾਲੇ ਟਰੈਵਲਰਸ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਵਿੱਚ ontario ਦੇ ਟਰੈਵਲਰਸ ਵੀ ਟਾਰਗੇਟਡ ਹੋਣਗੇ। ਡੈਸਟੀਨੇਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ ਟੀਵੀ, ਵੀਡੀਓ, ਨਿਊਜ਼ ਪ੍ਰਿੰਟ, ਮੈਗਜ਼ੀਨ ਅਤੇ ਡਿਜੀਟਲ ਐਡਵਰਟਾਈਜ਼ਿੰਗ ਦੇ ਜ਼ਰੀਏ ਟੂਰਿਸਟ ਨੂੰ ਬ੍ਰਿਟਿਸ਼ ਕੋਲੰਬੀਆ ਦੇ ਬਾਰੇ ਦੱਸਿਆ ਜਾਵੇਗਾ। ਇਸ ਕੈਂਪੇਨ ਦੇ ਵਿੱਚ ਰੇਨ ਫੋਰੈਸਟ, ਮਾਊਂਟੇਨ, ਓਸ਼ੀਅਨ, ਵਾਈਲਡ ਲਾਈਫ, ਸ਼ਹਿਰ ਅਤੇ ਹੋਰ ਜਿਹੜੀਆਂ ਚੀਜ਼ਾਂ ਕੁਦਰਤ ਦੇ ਕਰੀਬ ਹਨ ਉਹਨਾਂ ਨੂੰ ਫੋਕਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਪੈਂਡੈਮਿਕ ਦੇ ਕਾਰਨ ਵੱਖ-ਵੱਖ ਚੀਜ਼ਾਂ ਪ੍ਰਭਾਵਿਤ ਹੋਈਆਂ ਤੇ ਇਸ ਦਾ ਅਸਰ ਟੂਰਿਜ਼ਮ ਦੇ ਉੱਪਰ ਵੀ ਪਿਆ। ਬ੍ਰਿਟਿਸ਼ ਕੋਲੰਬੀਆ ਟੂਰਿਜ਼ਮ ਸੈਕਟਰ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਪਾਬੰਦੀਆਂ ਫੈਡਰਲ ਸਰਕਾਰ ਵੱਲੋਂ ਲਗਾਈਆਂ ਗਈਆਂ ਉਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਕਿ ਯਾਤਰੀ ਇੱਥੇ ਆਉਣ ਅਤੇ ਜਿਹੜਾ ਉਹਨਾਂ ਨੂੰ ਪੈਂਡੈਮਿਕ ਦੇ ਕਾਰਨ ਘਾਟਾ ਸਹਿਣਾ ਪਿਆ ਹੈ ਉਹ ਘਾਟੇ ਤੋਂ ਬਾਹਰ ਆ ਸਕਣ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਪਾਬੰਦੀਆਂ ਹਟਾਈਆਂ ਜਾਣ ਤੋਂ ਬਾਅਦ ਤਿਆਰੀ ਕੀਤੀ ਜਾ ਰਹੀ ਹੈ ਕਿ ਇੱਥੇ ਯਾਤਰੀਆਂ ਦਾ ਸਵਾਗਤ ਕੀਤਾ ਜਾਵੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ontario ਦੇ ਹਸਪਤਾਲ ਵਿੱਚ 655 ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 158 ਦਾ ਅੰਕੜਾ ਦੱਸਿਆ ਗਿਆ। 24 ਘੰਟੇ ਦੌਰਾਨ ਸੂਬੇ ਤੋਂ 1741 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਹੁਣ ਤੱਕ 11,55,046 ਕੁੱਲ ਕੋਰੋਨਾ ਦੇ ਕੇਸਿਸ ਇੱਥੇ ਸਾਹਮਣੇ ਆ ਚੁੱਕੇ ਨੇ। 24 ਘੰਟੇ ਦੌਰਾਨ 4 ਮੌਤਾਂ ਹੋਈਆਂ ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,405 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,23,205 ਦੇ ਕਰੀਬ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 90.9% ਫੁੱਲੀ ਵੈਕਸੀਨੇਟਡ, 92.8% ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਅਤੇ 55.4% ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਵੀ ਲਗਵਾਇਆ ਗਿਆ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.5% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 32.9% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ਸ ਹਾਸਲ ਕੀਤੀਆਂ ਗਈਆਂ। ਕਿਊਬਿਕ ਪ੍ਰੋਵਿੰਸ ਦੇ ਹਸਪਤਾਲ ਵਿੱਚ 1,115 ਮਰੀਜ਼ਾਂ ਦੀ ਗਿਣਤੀ ਹੈ ਜਿਹੜੇ ਕੋਵਿਡ ਦੇ ਕਾਰਨ ਇੱਥੇ ਭਰਤੀ ਹਨ। ਇੰਟੈਂਸਿਵ ਕੇਅਰ ਅਧੀਨ 53 ਦਾ ਅੰਕੜਾ ਦੱਸਿਆ ਗਿਆ। 24 ਘੰਟਿਆਂ ਦੌਰਾਨ 1,614 ਕੇਸਿਸ ਦਰਜ ਕੀਤੇ ਗਏ ਅਤੇ ਇੱਕ ਮੌਤ ਬੀਤੇ 24 ਘੰਟਿਆਂ ਦੌਰਾਨ ਇੱਥੇ ਹੋਈ ਹੈ। ਹੁਣ ਤੱਕ ਕੁੱਲ 9,59,212 ਕੁੱਲ ਕੋਰੋਨਾ ਦੇ ਕੇਸਿਸ ਸਾਹਮਣੇ ਆ ਚੁੱਕੇ ਨੇ। 14,325 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ।
ਪ੍ਰੋਵਿੰਸ ਦੇ ਵਿੱਚ ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼, 53% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਿਲ ਕੀਤੀਆਂ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ਾ ਵਾਲਿਆਂ ਲਈ ਜਾਣਕਾਰੀ, ਹੁਣ ਛੇਤੀ ਲੱਗਣਗੇ ਸਪਾਊਸ ਵੀਜ਼ਾ। ਘਰ 'ਚ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ 5 ਦੀ ਮੌਤ। ਕੈਨੇਡਾ ਨੇ ਰਚਿਆ ਇਤਿਹਾਸ, ਜਗਮੀਤ ਸਿੰਘ ਨੂੰ ਚੜਿਆ ਚਾਅ। ਰੂਸ ਦਾ ਯੂਕਰੇਨ ਤੇ ਹਮਲਾ, 5000 ਦੇ ਕਰੀਬ ਲੋਕਾਂ ਦੀ ਮੌਤ। ਟਰੂਡੋ ਦੇ ਦੌਰੇ ਬਾਰੇ ਜਾਣਕਾਰੀ, ਜਾਣੋ ਕਿੱਥੇ ਜਾ ਰਹੇ ਹਨ ਟਰੂਡੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।